पवित्र बाइबल हज़ारां योद्धियां ਅਤੇ ਭਗਤਾਂ ਦੀਆਂ ਕਥਾਵਾਂ ਨਾਲ ਭਰੀ ਪਈ ਹੈ, ਜਿਨ੍ਹਾਂ ਨੇ ਵਿਸ਼ਵਾਸ ਨਾਲ ਵੱਡੇ ਵੱਡੇ ਯੁੱਧ ਜਿੱਤੇ ਅਤੇ ਆਪਣੇ ਦੇਸ਼ ਅਤੇ ਕੌਮ ਦੀ ਸੇਵਾ ਕੀਤੀ। ਉਹ ਵਿਸ਼ਵਾਸ ਅਤੇ ਅਣਖ ਨਾਲ ਭਰੇ ਹੋਏ ਸਨ। ਉਹਨਾਂ ਦੇ ਸਾਹਮਣੇ ਯਰੀਹੋ ਦੀਆਂ ਦੀਵਾਰਾਂ ਢਹਿ ਢੇਰੀ ਹੋ ਗਈਆਂ। ਲਾਲ ਸਮੁੰਦਰ ਉਹਨਾਂ ਦਾ ਰਸਤਾ ਨਾ ਰੋਕ ਸਕਿਆ ਅਤੇ ਦੋ ਭਾਗਾਂ ਵਿੱਚ ਵੰਡਿਆ ਗਿਆ। ਉਹਨਾਂ ਨੂੰ ਵੇਖ ਕੇ ਯਰਦਨ ਵਰਗਾ ਦਰਿਆ ਪੁੱਠਾ ਵਗ ਤੁਰਿਆ। ਉਹਨਾਂ ਨੇ ਹਥਿਆਰਬੰਦ ਫੌਜਾਂ ਦਾ ਮੂੰਹ ਮੋੜ ਦਿੱਤਾ ਅਤੇ ਤੂਫਾਨਾਂ, ਪਹਾੜਾਂ, ਭੁੱਖਾਂ ਅਤੇ ਕਲੇਸ਼ਾਂ ਸਾਹਮਣੇ ਹਾਰ ਨਾ ਮੰਨੀ ਅਤੇ ਕੌਮ ਅਤੇ ਮਾਨਵਤਾ ਦੀ ਸੇਵਾ ਕਰਦੇ ਰਹੇ। ਉਹਨਾਂ ਵਿੱਚੋਂ ਇੱਕ ਹੈ ਰਾਜਾ ਦਾਊਦ। ਤੇ ਆਓ ਅੱਜ ਰਾਜਾ ਦਾਊਦ ਬਾਰੇ ਗੱਲਾਂ ਕਰੀਏ ਅਤੇ ਉਸ ਦੀ ਕਥਾ ਨੂੰ ਕਿੱਸਾ ਰੂਪ ਵਿੱਚ ਸੁਣੀਏ। ਰਾਜਾ ਦਾਊਦ ਇੱਕ ਮਹਾਨ ਰਾਜਾ ਹੋਣ ਦੇ ਨਾਲ ਨਾਲ ਪਰਮੇਸ਼ਰ ਦਾ ਮਹਾਨ ਭਗਤ ਸੀ, ਮਹਾਨ ਯੋਧਾ ਸੀ ਅਤੇ ਮਹਾਨ ਗੀਤਕਾਰ ਵੀ ਸੀ। ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਵੀ ਰਾਜਾ ਦਾਊਦ ਦੀ ਵੰਸ਼ਾਵਲੀ ਵਿੱਚ ਪੈਦਾ ਹੋਏ ਸਨ। ਤੇ ਆਓ ਦਾਊਦ ਦੇ ਬਚਪਨ ਬਾਰੇ ਗੱਲਾਂ ਕਰੀਏ। ਜਦੋਂ ਉਹ ਆਪਣੇ ਪਿਤਾ ਦੀਆਂ ਭੇਡਾਂ ਚਰਾਉਂਦਾ ਸੀ, ਸ਼ੇਰਾਂ, ਚੀਤਿਆਂ ਅਤੇ ਭਾਲੂਆਂ ਨੂੰ ਬਿਨਾਂ ਹਥਿਆਰਾਂ ਦੇ ਮਾਰ ਸੁੱਟਦਾ ਸੀ। ਉਸ ਦਾ ਹਥਿਆਰ ਇੱਕ ਗੋਪੀਆ ਅਤੇ ਭੇਡਾਂ ਚਰਾਉਣ ਵਾਲੀ ਲਾਠੀ ਹੀ ਸਨ। ਯੂਦਾ ਦੇਸ਼ ਦਾ ਇੱਕ ਮੁੰਡਾ ਯੂਦਾ ਦੇਸ਼ ਦਾ ਸੀ ਦਾਊਦ, ਜਿਸ ਦਾ ਨਾਮ ਜੀ ਵਿੱਚ ਜੰਗਲ ਭੇਡਾਂ ਚਾਰਦਾ। ਵਿੱਚ ਜੰਗਲ ਭੇਡਾਂ ਚਾਰਦਾ, ਨਾਲੇ ਕਰਦਾ ਰੱਬ ਦਾ ਧਿਆਨ ਜੀ। ਦਸ ਤਾਰਾਂ ਵਾਲੇ ਸਾਜਤੇ ਦਸ ਤਾਰਾਂ ਵਾਲੇ ਸਾਜਤੇ ਦਸ ਤਾਰਾਂ ਵਾਲੇ ਸਾਜਤੇ ਕਰੇ ਮਹਿਮਾ ਪ੍ਰਭੂ ਦੀ ਬਿਆਨ। ਉਸ ਨੂੰ ਰੱਬ ਨੇ ਦਿੱਤੀਆਂ ਤਾਕਤਾਂ, ਉਸ ਨੂੰ ਰੱਬ ਨੇ ਦਿੱਤੀਆਂ ਤਾਕਤਾਂ। ਨਾਲੇ ਸੁਥਰੇ ਜਾਨ ਪ੍ਰਾਣ ਜੀ, ਨਾ ਡਰ ਸ਼ੇਰ ਬਗਿਆੜ ਤੋਂ। ਉਹ ਨਾ ਡਰ ਸ਼ੇਰ ਬਗਿਆੜ ਤੋਂ, ਕਰੇ ਪਲ ਵਿੱਚ ਕਾਮ ਤਮਾਮ ਜੀਓ। ਅੱਠਵਾਂ ਬੇਟਾ ਬਾਪ ਦਾ ਉਹ ਅੱਠਵਾਂ ਬੇਟਾ ਬਾਪ ਦਾ ਉਹ ਅੱਠਵਾਂ ਬੇਟਾ ਬਾਪ ਦਾ, ਜਿਹਦਾ ਨਾਮ ਯਿਸ਼ੇ ਪ੍ਰਧਾਨ ਜੀਓ। ਵਾਸੀ ਬੈਤ
बैतलहम दा ओ वासी बैतलहम दा जेड़ा नगरां विच महान जी तन वड्डे पाई सुरमे तिन वड्डे पाई सुरमे जंग लड़दे विच मैदान जियो सैनिक राजे शाउल दे जियो सैनिक राजे शाउल दे जियो सैनिक राजे शाउल दे फौजां ते करे कमान जियो बचपन पिछे छड़ के ओहो बचपन पिछे छड़ के अजे होया मसां जवान जी किस्सा राजे दाऊद दा किस्सा राजे दाऊद दा सब राज करे बयान जिए किस्सा राजे दाऊद दा सब राज करे बयान फिर ना आना पऊ पछताउना ए सोना बचपन मस्त जवानी पाई दिन चार दी हो ਇਹ ਉਸ ਵਕਤ ਦੀ ਗੱਲ ਹੈ ਜਦੋਂ ਪ੍ਰਭੂ ਦੀ ਕੌਮ ਅਰਥਾਤ ਇਸਰਾਈਲ ਦਾ ਯੁੱਧ ਫਲਸਤੀਨੀਆਂ ਨਾਲ ਹੋ ਰਿਹਾ ਸੀ ਅਤੇ ਦਾਊਦ ਦੇ 3 ਵੱਡੇ ਭਰਾ ਜੰਗ ਵਿੱਚ ਲੜਨ ਵਾਸਤੇ ਗਏ ਸਨ। ਕਈ ਦਿਨ ਹੋ ਗਏ ਸਨ ਕਿ ਭਾਈਆਂ ਦੀ ਕੋਈ ਖਬਰਸਾਰ ਨਹੀਂ ਆਈ ਤਾਂ ਦਾਊਦ ਦੇ ਪਿਤਾ ਨੇ ਦਾਊਦ ਨੂੰ ਮੈਦਾਨੇ ਜੰਗ ਵਿੱਚ ਆਪਣੇ ਭਾਈਆਂ ਦੇ ਪਿੱਛੇ ਭੇਜਿਆ ਕਿ ਉਹਨਾਂ ਦਾ ਹਾਲ ਚਾਲ ਪਤਾ ਕਰਕੇ ਆਵੇ। एक दिन क्या पिता ने दाऊद नू बेटा तू सरहद वल जा तेरे वीर गए ने जंग नू तेरे वीर गए ने जंग नू ओ ना दी खबर लिया हाले क्यों बदाम पजीरियां दाखा पिन्नियां भी ले जा नहीं रोटी मिलदी फौज नू नहीं रोटी मिलदी फौज नू जाके हथी आप खुआ मेरे वल्लों करी दुआ वैरी नू आवण जित के वैरी नू आवण जित के मेरी इज्जत देण वदा आखी जानवार नो डरन ना आखी जानवार नो डरन ना देण जिंदड़ी ढोलक मां कौमां जिउंदियां नाल कुर्बानियां कौमां जिउंदियां नाल कुर्बानियां सब राज रिहा परमा
छोटी गठड़ी गोपिया घरों दाऊद होया रवान जा बड़िया डेरे फौज दे जा बड़िया डेरे फौज दे पाइयां नू करे सलाम कहता हाल सुनाओ जंग दा की कीती कार गुजार किवें मारे वैरी सूर में किवें मारे वैरी सूर में किवें चल एक तलवार कहते तू की आया लैन छड़ आया पेडा कलियां छड़ आया पेडा कलियां बिन तेरे किदां रहन जा मुड़ जा हुणे ही वापसी एक पल ना होर खलो तू है पेड़ां दा आजड़ी तू है पेड़ां दा आजड़ी ना जंग दे रोने रो मन ले साडियां मुड़ जा वापसी मौजा मन ले तू वेड़े बाप दे हो ਭਾਈਆਂ ਦੀਆਂ ਕੌੜੀਆਂ ਗੱਲਾਂ ਸੁਣ ਕੇ ਦਾਊਦ ਨੂੰ ਬਹੁਤ ਹੈਰਾਨੀ ਹੋਈ। ਉਹ ਸੋਚਣ ਲੱਗਾ ਕਿ ਮੇਰੇ ਭਾਈ ਇੰਨੇ ਪਰੇਸ਼ਾਨ ਕਿਉਂ ਹਨ। ਸੱਚਾਈ ਜਾਣਨ ਲਈ ਉਹ ਫੌਜੀ ਤੰਬੂਆਂ ਵਿੱਚ ਘੁੰਮਣ ਲੱਗ ਪਿਆ। गल्लां पाइयां दियां कौड़ियां ओ दाऊद होया हैरान की पाइयां ताई वापरी पिया सोची हो परेशान लगा घूमण छावनी और वेखी हर एक थां सब बैठे मुंह मसोस के जिमें सजरी मर गई मां डौले फर्क दे ना वजन टोल नगार ना वेखे नेचे चमक दे ना लऊ पिछी तलवार ना सिर ते झूमण कलगियां ना छिलमा पैने वीर ना लऊ पीणियां परछियां ना नागा वर्गे तीर
घोड़ियां उत्ते काठियां पए हाथी होए निडाल रथां दियां बागां ढिल्लियां ए बणिया की है हाल। जिन्ना वड्डियां मल्ला मारियां ए कौम दे योध वीर अज क्यों बैठे दिल हार के अज बजिया केड़ा तीर। ਬਾਲਕ ਦਾਊਦ ਇਸਰਾਈਲੀ ਫੌਜਾਂ ਦੇ ਮੰਦੇ ਹਾਲਾਂ ਬਾਰੇ ਪੂਰੀ ਤਰ੍ਹਾਂ ਸਮਝ ਨਾ ਸਕਿਆ। ਉਸੇ ਵੇਲੇ ਉਸਨੇ ਇੱਕ ਸਿਆਣੀ ਉਮਰ ਦੇ ਸੈਨਿਕ ਨੂੰ ਵੇਖਿਆ ਅਤੇ ਉਸ ਦੇ ਕੋਲ ਜਾ ਕੇ ਪੁੱਛਣ ਲੱਗਾ, ਬਾਬਾ, ਇਹ ਆਪਣੀਆਂ ਫੌਜਾਂ ਨੂੰ ਕੀ ਹੋ ਗਿਆ? ਕਿਉਂ ਸਾਰੇ ਸਿਰ ਸੁੱਟ ਕੇ ਬੈਠੇ ਹਨ? ਉਸ ਸੈਨਿਕ ਨੇ ਦਾਊਦ ਵੱਲ ਬੜੇ ਧਿਆਨ ਨਾਲ ਵੇਖਿਆ। ਬਾਲਕ ਦਾਊਦ ਦੇ ਮਜ਼ਬੂਤ ਸਰੀਰ, ਚਿਹਰੇ ਦੀ ਲਾਲੀ ਅਤੇ ਇਲਾਹੀ ਨੂਰ ਤੋਂ ਪ੍ਰਭਾਵਿਤ ਹੋ ਗਿਆ ਅਤੇ ਫੌਜਾਂ ਦੀ ਨਿਰਾਸ਼ਾ ਦਾ ਕਾਰਨ ਇੰਜ ਬਿਆਨ ਕਰਨ ਲੱਗਾ, एक सियाना बंदा मिल पिया दाऊद दिती अर्ज गुजार की फौजा ताई हो गया की फौजा ताई हो गया क्यों दिल बैठे ने हार। की हा बाबे पुत्रा पुछना अज कौम ते आ गई भीड़ साडा शेर घेर के बह गई साडा शेर घेर के बह गई अज कुत्तियां दी कतीड़। साडी कौम है अड़खी सोनिया ना सकिया कोई वंगार पर अज अमन दी हिक ते अज अमन दी हिक ते है तर गया कोई अंगार। अज फलस्तीनिया कोड़िया अज फलस्तीनिया कोड़िया है विच शहद दे जहर प्यो दादियां तो है चल रहा प्यो दादियां तो है चल रहा इस दुष्ट कौम नाल वैर। हो ले आए एक सूरमा कद जिसदा है 6 हथ ओदे अगे ना कोई ठहरदा ओदे अगे ना कोई ठहरदा ना तीर तलवार न रथ।
ਬਣਦਾ ਕਵਚ ਉਹ ਪਹਿਨਦਾ, ਨਾਲੇ ਸਿਰ ਤੇ ਕਾਂਸੀ ਟੋਪ, ਉਹਦੇ ਅੱਗੇ ਇਉਂ ਸਭ ਲੱਗਦੇ, ਉਹਦੇ ਅੱਗੇ ਇਉਂ ਸਭ ਲੱਗਦੇ, ਜਿਵੇਂ ਵਿੱਚ ਆਲਣੇ ਬੋਟ। ਬਰਛੀ ਬੰਨਦਾ ਵਿੱਚ ਮੋਢਿਆਂ, ਬਰਛੀ ਬੰਨਦਾ ਵਿੱਚ ਮੋਢਿਆਂ, ਉਹਦੀ 7 ਫੁੱਟ ਉੱਚੀ ਢਾਲ, ਉਹਦਾ ਨੇਜਾ ਤੁਰਜ ਲਾਹੇ ਦੀ, ਉਹਦਾ ਨੇਜਾ ਤੁਰਜ ਲਾਹੇ ਦੀ, ਉਹਦੀ ਤੇਗ ਨਿਰੀ ਹੈ ਕਾਲ। ਦਿਨ 40 ਨੇ ਅੱਜ ਹੋ ਗਏ, ਫੌਜਾਂ ਟੁੱਕਦੀਆਂ ਨੇ ਜਦ ਕੋਲ, ਆ ਅੱਗੇ ਖੜਦਾ ਗੋਲੀਅਤ, ਆ ਅੱਗੇ ਖੜਦਾ ਗੋਲੀਅਤ, ਸਾਨੂੰ ਕਰਦਾ ਬੋਲ ਕਬੂਲ। ਕਹਿੰਦਾ ਹੋਰ ਕਿਸੇ ਦੀ ਲੋੜ ਨਾ, ਮੈਂ ਕਰਾਂਗਾ ਕੱਲਾ ਯੁੱਧ, ਜੇ ਹੈ ਤਾਂ ਕੱਢੋ ਸੂਰਮਾ, ਜੇ ਹੈ ਤਾਂ ਕੱਢੋ ਸੂਰਮਾ, ਜਿਹਨੇ ਮਾਂ ਦਾ ਪੀਤਾ ਦੁੱਧ। ਕਹਿੰਦਾ ਕਿਹੜੀ ਕੁੱਟ ਵਿੱਚ ਵੜ ਗਿਆ, ਹੋ ਕਹਿੰਦਾ ਕਿਹੜੀ ਕੁੱਟ ਵਿੱਚ ਵੜ ਗਿਆ, ਕਾਟਾ ਸ਼ਾਉਲ ਰਾਜਾ ਪਹਿਲਵਾਨ, ਈਨ ਮੰਨ ਲੈ ਮੇਰੇ ਸਾਹਮਣੇ, ਈਨ ਮੰਨ ਲੈ ਮੇਰੇ ਸਾਹਮਣੇ, ਤਾਂ ਬਖਸ਼ ਦੇਵਾਂਗਾ ਜਾਨ। ਤੁਸੀਂ ਜਿਹੜੇ ਰੱਬ ਨੂੰ ਮੰਨਦੇ, ਅੱਜ ਉਹ ਵੀ ਦਿਓ ਵਿਖਾ, ਉਹਦੀ ਲੈ ਜਾਉ ਮੁੰਡੀ ਵੱਢ ਕੇ, ਉਹਦੀ ਲੈ ਜਾਉ ਮੁੰਡੀ ਵੱਢ ਕੇ, ਦਿਉ ਦੇਵਤੇ ਅੱਗੇ ਚੜਾ। ਬਸ ਇੰਨਾ ਸੁਣਦਿਆਂ ਹੀ ਬਾਲਕ ਦਾਊਦ ਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ। ਉਸ ਦੀਆਂ ਅੱਖਾਂ ਵਿੱਚੋਂ ਕਹਿਰ ਦੀ ਅੱਗ ਵਰਨ ਲੱਗ ਪਈ ਅਤੇ ਉਹ ਪੂਰੇ ਜੋਸ਼ ਵਿੱਚ ਕੜਕ ਕੇ ਕਹਿਣ ਲੱਗਾ, ਇਹ ਕੌਣ ਹੈ ਜਿਹੜਾ ਮੇਰੇ ਪਰਮੇਸ਼ਵਰ ਦੀ ਅਣਖੀ ਕੌਮ ਨੂੰ ਲਲਕਾਰ ਰਿਹਾ ਹੈ? ਇਹਨੂੰ ਮੈਂ ਮਾਰਾਂਗਾ ਅਤੇ ਉਹਦਾ ਸਿਰ ਧੜ ਤੋਂ ਅਲੱਗ ਕਰ ਦਿਆਂਗਾ। ਦਾਊਦ ਦੀਆਂ ਗੱਲਾਂ ਸੁਣ ਕੇ ਕਿੰਨੇ ਹੀ ਸੈਨਿਕ ਅਤੇ ਲੋਕ ਇਕੱਠੇ ਹੋ ਗਏ ਅਤੇ ਅਚੰਭਾ ਕਰਨ ਲੱਗੇ ਕਿ ਇਹ ਬਾਲਕ ਕਿੰਨਾ ਜੋਸ਼ੀਲਾ ਅਤੇ ਅਣਖ ਨਾਲ ਭਰਿਆ ਹੋਇਆ ਹੈ। ਇੰਨੇ ਨੂੰ ਹਾਹਾਕਾਰ ਮਚ ਗਈ ਅਤੇ ਫੌਜਾਂ ਵਿੱਚ ਰੌਲਾ ਪੈ ਗਿਆ, ਕਿਉਂਕਿ ਫਲਸਤੀਨੀ ਫੌਜ ਦਾ ਉਹੀ ਰਾਖਸ਼ ਰੂਪੀ ਗੋਲੀਅਤ ਨਾਂ ਦਾ ਯੋਧਾ ਆ ਕੇ ਇਸਰਾਇਲੀ ਫੌਜਾਂ ਨੂੰ ਲਲਕਾਰਨ ਲੱਗ ਪਿਆ, ਜਿਸ ਨੂੰ ਬਾਲਕ ਦਾਊਦ ਨੇ ਆਪ ਵੇਖਿਆ ਅਤੇ ਉਸ ਦੇ ਨਾਲ ਲੜਨ ਦਾ ਇਰਾਦਾ ਹੋਰ ਵੀ ਪੱਕਾ ਕਰ ਲਿਆ, ਕਿਉਂਕਿ ਗੋਲੀਅਤ ਇਸਰਾਇਲੀਆਂ
ਅਤੇ ਸੱਚੇ ਪਰਮੇਸ਼ਰ ਦੀ ਨਿੰਦਾ ਕਰ ਰਿਹਾ ਸੀ ਅਤੇ ਸ਼ਰਾਪ ਦੇ ਰਿਹਾ ਸੀ। ਸੁਣ ਕੇ ਹੋ ਗਿਆ ਸੀ ਮੂੰਹ ਦਾਊਦ ਦਾ ਲਾਲ, ਕਹਿੰਦਾ ਕੌਣ ਹੈ ਜਿਹੜਾ ਕੱਟਦਾ, ਕਹਿੰਦਾ ਕੌਣ ਹੈ ਜਿਹੜਾ ਕੱਟਦਾ ਮੇਰੀ ਅਣਖੀ ਕੌਮ ਨੂੰ ਗਾਲ, ਮੇਰੀ ਕੌਮ ਹੈ ਜਿਉਂਦੇ ਰੱਬ ਦੀ। ਮੇਰੀ ਕੌਮ ਹੈ ਜਿਉਂਦੇ ਰੱਬ ਦੀ, ਨਹੀਂ ਸਕਦਾ ਕੋਈ ਲਲਕਾਰ, ਉਹ ਨਹੀਂ ਹਸਤੀ ਇਸ ਚਟਾਨ ਤੇ। ਨਹੀਂ ਹਸਤੀ ਇਸ ਚਟਾਨ ਤੇ। ਉਹ ਨਹੀਂ ਹਸਤੀ ਇਸ ਚਟਾਨ ਤੇ, ਕਰ ਸਕੇ ਦੁਸ਼ਮਣ ਵਾਰ ਜੀਏ ਗੋਲੀ ਆਪਣੀ ਮੌਤ ਨੂੰ। ਏ ਗੋਲੀ ਆਪਣੀ ਮੌਤ ਨੂੰ, ਰਿਹਾ ਆਪੇ ਵਾਜਾ ਮਾਰ ਜੀ ਮੈਂ ਸਿਰ ਵੱਡਾਂਗਾ ਇਸ ਦਾ। ਮੈਂ ਸਿਰ ਵੱਡਾਂਗਾ ਇਸ ਦਾ, ਜੇ ਹੁਕਮ ਕਰੇ ਸਰਕਾਰ ਜੀ ਇਹ ਗੱਲ ਸੈਨਾ ਵਿੱਚ ਫੈਲ ਗਈ। ਇਹ ਗੱਲ ਸੈਨਾ ਵਿੱਚ ਫੈਲ ਗਈ। ਇਹ ਗੱਲ ਸੈਨਾ ਵਿੱਚ ਫੈਲ ਗਈ, ਨਾਲੇ ਪਹੁੰਚੀ ਵਿੱਚ ਦਰਬਾਰ ਜੀ ਇੱਕ ਦਾਊਦ ਨਾਂ ਦਾ ਆਜੜੀ। ਇੱਕ ਦਾਊਦ ਨਾਂ ਦਾ ਆਜੜੀ, ਰਿਹਾ ਗੋਲੀ ਨੂੰ ਲਲਕਾਰ। ਉੱਡਦੀ ਉੱਡਦੀ ਗੱਲ ਰਾਜੇ ਸ਼ਾਉਲ ਕੋਲ ਉਸੇ ਘੜੀ ਪਹੁੰਚ ਗਈ। ਕਿਸੇ ਨੇ ਰਾਜੇ ਨੂੰ ਜਾ ਦੱਸਿਆ, ਨਾਲੇ ਦਾਊਦ ਦੇ ਜੋਸ਼ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਦਿੱਤੇ। ਰਾਜਾ ਬੜਾ ਹੈਰਾਨ ਹੋਇਆ ਅਤੇ ਦਾਊਦ ਨੂੰ ਦਰਬਾਰ ਵਿੱਚ ਬੁਲਾ ਲਿਆ। ਜਦ ਸੁਣਿਆ ਰਾਜੇ ਸ਼ਾਉਲ ਨੇ ਛੱਟ ਦਾਊਦ ਲਿਆ ਬੁਲਾ, ਸਭ ਸਦਲੇ ਸਿਆਣੇ ਮੰਤਰੀ, ਸਭ ਸਦਲੇ ਸਿਆਣੇ ਮੰਤਰੀ, ਤੇ ਲਿਆ ਦਰਬਾਰ ਲਗਾ। ਬੇਟਾ ਗੱਲਾਂ ਕਰੇ ਕਮਾਲ, ਇਸ ਉਲਝਣ ਨੂੰ ਸੁਲਝਾਉਣ ਦਾ, ਇਸ ਉਲਝਣ ਨੂੰ ਸੁਲਝਾਉਣ ਦਾ ਤੈਨੂੰ ਆਇਆ ਕਿਵੇਂ ਖਿਆਲ। ਤੇਰੀ ਅਣਖ ਵੇਖ ਕੇ ਸੋਹਣਿਆ, ਮੇਰੀ ਜਾਨ ਤੇਰੇ ਕੁਰਬਾਨ, ਮੈਂ ਖੁਸ਼ ਹਾਂ ਤੇਰੇ ਜੋਸ਼ ਤੋਂ, ਮੈਂ ਖੁਸ਼ ਹਾਂ ਤੇਰੇ ਜੋਸ਼ ਤੋਂ, ਮੇਰਾ
तेरा बहुत बधाया मान। दी सदा कौम नू लोड़, तैनू भर्ती कर लूं फौज विच, तैनू भर्ती कर लूं फौज विच, जरा बड़ा हो जा होर। अजय है छोटा जिया बालका, तेरा बच्चियां वाला चोर, तैनू हथी अगे मौत दे, तैनू हथी अगे मौत दे, मैं देवां किदां तोर। चामदा ओ है बड़ा शैतान, जम्मिया विच फौज दे तंबुआं, जम्मिया विच फौज दे तंबुआं, बड़िया विच जंग मैदान। तो सूरमा हो, ओ बालक पण तो सूरमा, ओनू समझी ना अणजाण, कल देंदा तैनू लड़न लई, कल वेंदा तैनू लड़न लई, जे हुंदा हाणो हाण। तैनू फेर बुलाऊं पुत्रा, हुण वापस करनू जा, ए प्यार देश ते कौम दा, ए प्यार देश ते कौम दा, तैनू सदा दिखाऊंगा। महाराजा शाऊल दा उत्तर सुन के बालक दाऊद दिल ना हारिया अते इस तरह बेनती करन लगा। राजा जी उस फलस्ती तो ना एवें मैनू डराओ, मैं इज्जत तुहाडी रखांगा, एक बारी हुक्म सुनाओ।
तुसी तख्त संभालो अपना, ते बह के वेखी जाओ। रब सच्चा नाल है अपने, ते तुसी बिल्कुल ना घबराओ। जद मैं जंगल विच चारदा, जद मैं जंगल विच चारदा, सी पिता मेरे दियां भेडां। कई शेर चीतियां नाल मैं हां रिहा खेडदा खेडां। मेरियां भेडां नूं खाण नूं जद हमला कीता शेर, मैं सिर विच डंडा मार के हां उत्ते कीता टेर। मैं बगियाड़ां दे संग चों बगियाड़ां दे संग चों हां कड मेमने लियाया। रिछां दियां तौड़ा बन के ते मैं कुत्तियां वांग घुमाया। ए गोली की मेरे सामने, ए गोली की मेरे सामने, जेड़ा दिन धर्म दा कच्चा मेरे ते रब दियां रहमतां। प्यो दादियां दा रब सच्चा राजिया। ए युद्ध यहोवा रब दा, कोई सके ना अगे ठहर। सब राज करी तू बंदगी, नाले कौम दी मंगी खैर। हो नाले कौम दी मंगी खैर। दाऊद दियां गल्लां सुन के महाराजा शाऊल उस दा कायल हो गया ਅਤੇ ਸੋਚਣ ਲੱਗਾ, ਸੱਚਮੁੱਚ ਸਾਡੇ ਪਰਮੇਸ਼ਵਰ ਨੇ ਹਜ਼ਾਰਾਂ ਵਾਰ ਸਾਡੇ ਨਾਲ ਵੱਡੇ ਵੱਡੇ ਚਮਤਕਾਰ ਕੀਤੇ ਹਨ। ਹੋ ਸਕਦਾ ਹੈ ਇਸ ਬਾਲਕ ਨੂੰ ਵੀ ਪਰਮੇਸ਼ਵਰ ਨੇ ਆਪਣੀ ਕੌਮ ਦੇ ਛੁਟਕਾਰੇ ਲਈ ਚੁਣਿਆ ਹੋਵੇ। ਪਰ ਜੇਕਰ ਇਹ ਬਾਲਕ ਮਾਰਿਆ ਗਿਆ ਤਾਂ ਮੈਂ ਕਿਧਰੇ
ਇਸ ਦੇ ਖੂਨ ਦਾ ਅਪਰਾਧੀ ਨਾ ਹੋ ਜਾਵਾਂ। ਅਖੀਰ ਪਰਮੇਸ਼ਵਰ ਦਾ ਆਤਮਾ ਸ਼ਾਊਲ ਮਹਾਰਾਜ ਉੱਪਰ ਭਾਰੂ ਹੋਇਆ ਅਤੇ ਉਸਨੇ ਭਰੇ ਦਰਬਾਰ ਵਿੱਚ ਖੜੇ ਹੋ ਕੇ ਐਲਾਨ ਕਰ ਦਿੱਤਾ ਕਿ ਬਾਲਕ ਦਾਊਦ ਨੂੰ ਗੋਲੀਅਤ ਨਾਲ ਲੜਨ ਲਈ ਮੈਦਾਨੇ ਜੰਗ ਵਿੱਚ ਭੇਜਿਆ ਜਾਵੇ। ਦਾਊਦ ਨੂੰ ਕੋਲ ਬੁਲਾ ਕੇ ਰਾਜਾ ਸ਼ਾਊਲ ਉਸ ਨੂੰ ਇਸ ਤਰ੍ਹਾਂ ਆਸ਼ੀਰਵਾਦ ਦੇਣ ਲੱਗਾ। ਸ਼ਾਊਲ ਰਾਜਾ ਕਹਿੰਦਾ ਨਾਲ ਪਿਆਰ ਦੇ ਦਾਊਦ ਨੂੰ, ਨਾਲ ਪਿਆਰ ਦੇ ਦਾਊਦ ਨੂੰ, ਮੇਰਾ ਹੁਕਮ ਹੈ ਤੈਨੂੰ ਕਰ ਲੈ ਜੰਗ ਦੀ ਤਿਆਰੀ, ਕਰ ਲੈ ਜੰਗ ਦੀ ਤਿਆਰੀ। ਉਹ ਵਿਸ਼ਵਾਸ ਗਿਆ ਹੈ ਤੇਰੇ ਉੱਤੇ ਸੋਹਣਿਆ, ਤੇਰੇ ਉੱਤੇ ਸੋਹਣਿਆ। ਜਾ ਜਾ ਕੇ ਵੱਢਦੇ ਗੋਲੀ ਇੱਜ਼ਤ ਰੱਖ ਲੈ ਮੇਰੀ, ਇੱਜ਼ਤ ਰੱਖ ਲੈ ਮੇਰੀ। ਮੇਰਾ ਕਵਚ ਪਹਿਨ ਕੇ ਜਾਵੀਂ ਯੁੱਧ ਮੈਦਾਨ ਨੂੰ, ਮੈਂ ਸਦਕੇ ਮੇਰਾ ਕਵਚ ਪਹਿਨ ਕੇ ਜਾਵੀਂ ਯੁੱਧ ਮੈਦਾਨ ਨੂੰ, ਜਾਵੀਂ ਯੁੱਧ ਮੈਦਾਨ ਨੂੰ। ਸਿਰ ਤੇ ਲਾ ਕੇ ਕਲਗੀ ਫੜ ਤਲਵਾਰ ਹਮਾਰੀ, ਫੜ ਤਲਵਾਰ ਹਮਾਰੀ। ਤੇਰੇ ਉੱਤੇ ਰੱਬ ਦੀਆਂ ਰੱਖਾਂ ਹੁਣ ਬਥੇਰੀਆਂ, ਰੱਖਾਂ ਹੁਣ ਬਥੇਰੀਆਂ। ਦੁਸ਼ਮਣ ਦੀ ਹਿੱਕ ਅੰਦਰ ਗੱਡ ਦੇ ਤੇਜ ਕਟਾਰੀ, ਗੱਡ ਦੇ ਤੇਜ ਕਟਾਰੀ। ਸਾਡਾ ਰੱਬ ਯਹੋਵਾ ਕਰਦਾ ਕੰਮ ਅਚੰਬੇ ਦੇ, ਕਰਦਾ ਕੰਮ ਅਚੰਬੇ ਦੇ। ਕੁਝ ਵੀ ਹੋ ਸਕਦਾ ਹੈ ਮਹਿਮਾ ਉਸ ਦੀ ਨਿਆਰੀ, ਮਹਿਮਾ ਉਸ ਦੀ ਨਿਆਰੀ। ਉਸ ਦੀ ਮਰਜ਼ੀ ਹੋਵੇ ਲਾਲ ਸਮੁੰਦਰ ਪਾੜ ਦਿੰਦਾ ਮੈਂ ਸਦਕੇ, ਉਸ ਦੀ ਮਰਜ਼ੀ ਹੋਵੇ ਲਾਲ ਸਮੁੰਦਰ ਪਾੜ ਦਿੰਦਾ, ਲਾਲ ਸਮੁੰਦਰ ਪਾੜ ਦਿੰਦਾ। ਸ਼ਹਿਰ ਯਰੀਹੋ ਵਾਲੀਆਂ ਕੰਧਾਂ ਕਰਦਾ ਢੇਰੀ, ਕੰਧਾਂ ਕਰਦਾ ਢੇਰੀ। ਤੂੰ ਭਾਵੇਂ ਛੋਟਾ ਜਿਹਾ ਹੈ ਕੰਮ ਤਾਂ ਵੱਡੇ ਕਰ ਸਕਦਾ, ਕੰਮ ਤਾਂ ਵੱਡੇ ਕਰ ਸਕਦਾ। ਜੰਗਲ ਫੂਕ ਦਿੰਦੀ ਹੈ ਨਿੱਕੀ ਜਿਹੀ ਅੰਗਿਆਰੀ, ਨਿੱਕੀ ਜਿਹੀ ਅੰਗਿਆਰੀ। ਆਪਣੇ ਬਾਬੁਲ ਦਾ ਨਾਂ ਉੱਚਾ ਕਰ ਸਭ ਰਾਜ ਦੇਈ ਮੈਂ ਸਦਕੇ, ਆਪਣੇ ਬਾਬੁਲ ਦਾ ਨਾਂ ਉੱਚਾ ਕਰ ਸਭ ਰਾਜ ਦੇਵੀ, ਉੱਚਾ ਕਰ ਸਭ ਰਾਜ ਦੇਵੀ। ਲਾ ਸਿਰ ਧੜਤੀ ਬਾਜੀ ਕੌਮ ਬਚਾ ਲਈ ਸਾਰੀ, ਕੌਮ ਬਚਾ ਲਈ ਸਾਰੀ, ਕੌਮ ਬਚਾ ਲਈ ਸਾਰੀ। ਰਾਜੇ ਨੇ ਆਪਣੇ ਜੰਗੀ ਵਸਤਰ ਮੰਗਵਾਏ ਅਤੇ ਹੁਕਮ ਦਿੱਤਾ ਕਿ ਦਾਊਦ ਨੂੰ ਪਹਿਨਾਏ ਜਾਣ। ਇਹ ਸਭ ਕੁਝ ਸੁਣ ਕੇ ਦਰਬਾਰੀ ਅਤੇ ਸੈਨਿਕ ਹੈਰਾਨ ਹੋ ਗਏ, ਪਰ ਰਾਜੇ ਦਾ ਹੁਕਮ ਕੌਣ ਟਾਲੇ। ਸੋ ਦਾਊਦ ਨੂੰ ਰਾਜੇ ਦੇ ਜੰਗੀ ਵਸਤਰ ਪਹਿਨਾਏ ਗਏ ਅਤੇ ਉਸ ਦੀ ਕਮਰ ਵਿੱਚ ਰਾਜਾ ਸ਼ਾਊਲ ਦੀ ਤਲਵਾਰ ਕੱਸ ਦਿੱਤੀ ਗਈ। ਪਰ ਬਾਲਕ ਦਾਊਦ ਰਾਜੇ ਸ਼ਾਊਲ ਦੇ ਜੰਗੀ ਵਸਤਰ, ਕਵਚ ਅਤੇ ਭਾਰੇ ਬੂਟ ਪਹਿਨ ਕੇ ਤੁਰ ਵੀ ਨਾ ਸਕਿਆ ਅਤੇ ਬੇਨਤੀ ਕਰਨ ਲੱਗਾ, ਮਹਾਰਾਜ, ਮੈਂ ਇਹਨਾਂ ਵਸਤਰਾਂ ਅਤੇ ਹਥਿਆਰਾਂ ਨਾਲ ਨਹੀਂ ਲੜ ਸਕਦਾ, ਕਿਉਂਕਿ ਮੈਂ ਇਹਨਾਂ ਨੂੰ ਕਦੇ ਨਹੀਂ ਪਰਖਿਆ। ਮੈਂ ਤਾਂ ਆਪਣੀ ਸੋਟੀ ਅਤੇ ਗੋਪੇ ਨਾਲ ਹੀ ਲੜਨਾ ਜਾਣਦਾ ਹਾਂ। ਮੈਨੂੰ ਇਸੇ ਤਰ੍ਹਾਂ ਯੁੱਧ ਲਈ ਜਾਣ ਦਿੱਤਾ ਜਾਵੇ। ਤਦ ਮਹਾਰਾਜਾ ਸ਼ਾਊਲ ਨੇ ਦਾਊਦ ਦੀ ਗੱਲ ਮੰਨ ਲਈ ਅਤੇ ਉਸ ਨੂੰ ਗੋਲੀਅਤ ਨਾਲ ਯੁੱਧ ਕਰਨ ਲਈ ਭੇਜ ਦਿੱਤਾ। ਪਰ ਜਦੋਂ ਇਹ ਗੱਲ ਯੋਧਿਆਂ ਨੂੰ ਪਤਾ ਲੱਗੀ ਤਾਂ ਉਹ ਬਹੁਤ ਨਾਰਾਜ਼ ਹੋਏ
ਅਤੇ ਫੌਜਾਂ ਵਿੱਚ ਹਲਚਲ ਮਚ ਗਈ। ਕਿਸੇ ਨੂੰ ਵੀ ਇਹ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਦਾਊਦ ਗੋਲੀਅਤ ਨਾਲ ਲੜ ਸਕਦਾ ਹੈ। ਦਾਊਦ ਦੇ ਆਪਣੇ ਭਾਈ ਵੀ ਭਾਰੀ ਚਿੰਤਾ ਵਿੱਚ ਪੈ ਗਏ ਅਤੇ ਸਾਰੇ ਯੋਧੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ। ਕੀੜੀ ਕੋ ਹਿਮਾਲਿਆ ਨੂੰ ਅੱਜ ਚੱਲੀ ਹੈ ਟੌਣ, ਉੱਲੂ ਵੇਖੋ ਤੁਰ ਪਿਆ ਲੋ ਸੂਰਜ ਨੂੰ ਵਿਖਾਉਣ। ਜਿਨ ਗੱਲ ਸੁਣੀ ਹੱਕਾ ਬੱਕਾ ਰਹਿ ਗਿਆ, ਸ਼ੌਲ ਦੀਆਂ ਫੌਜਾਂ ਵਿੱਚ ਰੌਲਾ ਪੈ ਗਿਆ, ਸ਼ੌਲ ਦੀਆਂ ਫੌਜਾਂ ਵਿੱਚ ਰੌਲਾ ਪੈ ਗਿਆ, ਸ਼ੌਲ ਦੀਆਂ ਫੌਜਾਂ ਵਿੱਚ ਰੌਲਾ ਪੈ ਗਿਆ। ਰਾਜ ਪਾਠ ਛੱਡ ਲੱਗਾ ਖੇਡਾਂ ਖੇਡਣੇ, ਯੁੱਧਾਂ ਵਿੱਚ ਲੱਗਾ ਬਾਲਕਾਂ ਨੂੰ ਭੇਜਣੇ, ਯੁੱਧਾਂ ਵਿੱਚ ਲੱਗਾ ਬਾਲਕਾਂ ਨੂੰ ਭੇਜਣੇ, ਯੁੱਧਾਂ ਵਿੱਚ ਲੱਗਾ ਬਾਲਕਾਂ ਨੂੰ ਭੇਜਣੇ। ਬਾਦਸ਼ਾਹ ਦੀ ਮੱਤ ਨੂੰ ਦੁਗਾੜਾ ਪੈ ਗਿਆ, ਸ਼ੌਲ ਦੀਆਂ ਫੌਜਾਂ ਵਿੱਚ ਰੌਲਾ ਪੈ ਗਿਆ, ਸ਼ੌਲ ਦੀਆਂ ਫੌਜਾਂ ਵਿੱਚ ਰੌਲਾ ਪੈ ਗਿਆ। ਕਿਹੜੀਆਂ ਗੱਲਾਂ ਤੋਂ ਲੱਗਾ ਖਬਰਾਉਣ ਜੀ, ਕਿਸੇ ਦੇ ਬੱਚੇ ਨੂੰ ਲੱਗਾ ਮਰਵਾਉਣ ਜੀ, ਕਿਸੇ ਦੇ ਬੱਚੇ ਨੂੰ ਲੱਗਾ ਮਰਵਾਉਣ ਜੀ, ਕਿਸੇ ਦੇ ਬੱਚੇ ਨੂੰ ਲੱਗਾ ਮਰਵਾਉਣ ਜੀ। ਸਿੱਧਾ ਸਿੱਧਾ ਚੱਲਦਾ ਗੁਰਾਹੇ ਪੈ ਗਿਆ, ਸ਼ੌਲ ਦੀਆਂ ਫੌਜਾਂ ਵਿੱਚ ਰੌਲਾ ਪੈ ਗਿਆ, ਸ਼ੌਲ ਦੀਆਂ ਫੌਜਾਂ ਵਿੱਚ ਰੌਲਾ ਪੈ ਗਿਆ। ਆਪਣਾ ਕਰਮ ਹੁੰਦਾ ਨਾ ਨਿਭਾਉਣ ਜੀ, ਵੋਟੀਆਂ ਤੋਂ ਚੋਰ ਲੱਗਾ ਮਰਵਾਉਣ ਜੀ, ਵੋਟੀਆਂ ਤੋਂ ਚੋਰ ਲੱਗਾ ਮਰਵਾਉਣ ਜੀ, ਵੋਟੀਆਂ ਤੋਂ ਚੋਰ ਲੱਗਾ ਮਰਵਾਉਣ ਜੀ। ਜਾਪਦਾ ਹੈ ਰਾਜਾ ਸਾਡਾ ਬੁੱਢਾ ਹੋ ਗਿਆ, ਸ਼ੌਲ ਦੀਆਂ ਫੌਜਾਂ ਵਿੱਚ ਰੌਲਾ ਪੈ ਗਿਆ, ਸ਼ੌਲ ਦੀਆਂ ਫੌਜਾਂ ਵਿੱਚ ਰੌਲਾ ਪੈ ਗਿਆ। ਸਿਆਣੇ ਕੁਝ ਬੰਦੇ ਲੱਗ ਪਏ ਮਨਾਉਣ ਜੀ, ਰੁੱਸੇ ਯੋਧਿਆਂ ਨੂੰ ਲੱਗੇ ਸਮਝਾਉਣ ਜੀ, ਰੁੱਸੇ ਯੋਧਿਆਂ ਨੂੰ ਲੱਗੇ ਸਮਝਾਉਣ ਜੀ, ਰੁੱਸੇ ਯੋਧਿਆਂ ਨੂੰ ਲੱਗੇ ਸਮਝਾਉਣ ਜੀ। ਕਿਹੜੀ ਗੱਲੋਂ ਰੱਬ ਤੋਂ ਭਰੋਸਾ ਟਹਿ ਗਿਆ, ਸ਼ੌਲ ਦੀਆਂ ਫੌਜਾਂ ਵਿੱਚ ਰੌਲਾ ਪੈ ਗਿਆ, ਸ਼ੌਲ ਦੀਆਂ ਫੌਜਾਂ ਵਿੱਚ ਰੌਲਾ ਪੈ ਗਿਆ। ਕਹਿਣ ਲੱਗੇ ਰਾਜਾ ਚਾਹੁੰਦਾ ਭਲਾ ਸਭ ਦਾ, ਚੁਣਿਆ ਖੁਦਾ ਦਾ ਉਹ ਹੈ ਨਬੀ ਰੱਬ ਦਾ, ਚੁਣਿਆ ਖੁਦਾ ਦਾ ਉਹ ਹੈ ਨਬੀ ਰੱਬ ਦਾ, ਚੁਣਿਆ ਖੁਦਾ ਦਾ ਉਹ ਹੈ ਨਬੀ ਰੱਬ ਦਾ। ਸਿਰ ਉੱਤੇ ਕਿੰਨੀਆਂ ਲੜਾਈਆਂ ਸਹਿ ਗਿਆ, ਸ਼ੌਲ ਦੀਆਂ ਫੌਜਾਂ ਵਿੱਚ ਰੌਲਾ ਪੈ ਗਿਆ, ਸ਼ੌਲ ਦੀਆਂ ਫੌਜਾਂ ਵਿੱਚ ਰੌਲਾ ਪੈ ਗਿਆ। ਹਨੇਰੀ ਵਿਪਤਾ ਦੀ ਜਦੋਂ ਆਈ ਕੌਮ ਤੇ, ਰੱਬ ਸੱਚੇ ਕਿਰਪਾ ਵਧਾਈ ਕੌਮ ਤੇ, ਰੱਬ ਸੱਚੇ ਕਿਰਪਾ ਵਧਾਈ ਕੌਮ ਤੇ, ਰੱਬ ਸੱਚੇ ਕਿਰਪਾ ਵਧਾਈ ਕੌਮ ਤੇ। ਆਫਤਾਂ ਦੇ ਬੱਦਲ ਉਡਾ ਕੇ ਲੈ ਗਿਆ, ਸ਼ੌਲ ਦੀਆਂ ਫੌਜਾਂ ਵਿੱਚ ਰੌਲਾ ਪੈ ਗਿਆ, ਸ਼ੌਲ ਦੀਆਂ ਫੌਜਾਂ ਵਿੱਚ ਰੌਲਾ ਪੈ ਗਿਆ। ਜਿਨ ਗੱਲ ਸੁਣੀ ਹੱਕਾ ਬੱਕਾ ਰਹਿ ਗਿਆ, ਸ਼ੌਲ ਦੀਆਂ ਫੌਜਾਂ ਵਿੱਚ ਰੌਲਾ ਪੈ ਗਿਆ, ਸ਼ੌਲ ਦੀਆਂ ਫੌਜਾਂ ਵਿੱਚ ਰੌਲਾ ਪੈ ਗਿਆ, ਸ਼ੌਲ ਦੀਆਂ ਫੌਜਾਂ ਵਿੱਚ ਰੌਲਾ ਪੈ ਗਿਆ।
ਕੌਮ ਦੇ ਸਿਆਣੇ ਲੋਕ ਯੋਧਿਆਂ ਨੂੰ ਸਮਝਾਉਂਦੇ ਰਹੇ ਅਤੇ ਪਰਮੇਸ਼ਰ ਉੱਤੇ ਭਰੋਸਾ ਕਰਨ ਲਈ ਕਹਿੰਦੇ ਰਹੇ। ਉਧਰ ਬਾਲਕ ਦਾਊਦ ਅੱਗੇ ਵੱਧਦਾ ਰਿਹਾ। ਉਹ ਢਲਾਣ ਉਤਰ ਕੇ ਸੁੱਕੇ ਬਰਸਾਤੀ ਨਾਲੇ ਵਿੱਚ ਜਾ ਵੜਿਆ ਅਤੇ 5 ਪੱਥਰ ਛਾਂਟ ਕੇ ਆਪਣੇ ਲੱਕ ਨਾਲ ਬੰਨੀ ਥੈਲੀ ਵਿੱਚ ਪਾ ਲਏ। ਸੱਜੇ ਹੱਥ ਵਿੱਚ ਗੋਪੀਆ ਅਤੇ ਖੱਬੇ ਹੱਥ ਵਿੱਚ ਆਪਣੀ ਭੇਡਾਂ ਚਰਾਉਣ ਵਾਲੀ ਸੋਟੀ ਫੜ ਕੇ ਉਹ ਮੈਦਾਨੇ ਜੰਗ ਵੱਲ ਅੱਗੇ ਵਧ ਗਿਆ। ਇਸਰਾਏਲੀ ਫੌਜਾਂ ਦਾਊਦ ਦੇ ਪਿੱਛੇ ਪਿੱਛੇ ਚੌਕਸੀ ਨਾਲ ਚੱਲ ਰਹੀਆਂ ਸਨ। ਸਾਰੇ ਯੋਧੇ ਕਿਸੇ ਵੀ ਅਣਹੋਣੀ ਦਾ ਸਾਹਮਣਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ ਸਨ। ਦਾਊਦ ਮੈਦਾਨੇ ਜੰਗ ਵਿੱਚ ਪਹੁੰਚ ਕੇ ਖੜਾ ਹੋ ਗਿਆ ਅਤੇ ਗੋਲੀਅਤ ਦੇ ਆਉਣ ਦਾ ਇੰਤਜ਼ਾਰ ਕਰਨ ਲੱਗਾ। ਵੇਖੋ ਇਸ ਅਨੋਖੇ ਬਾਲਕ ਸੂਰਮੇ ਨੂੰ, ਜਿਹੜਾ ਗੋਪੀਆ ਅਤੇ ਸੋਟੀ ਫੜ ਕੇ 9.25 ਫੁੱਟ ਲੰਮੇ ਗੋਲੀਅਤ ਦਾ ਸਿਰ ਵੱਢਣ ਚੱਲਿਆ ਹੈ। ਉਹ ਨਿੱਕਾ ਜਿਹਾ ਇੱਕ ਸੂਰਮਾ, ਉਹ ਨਿੱਕਾ ਜਿਹਾ ਇੱਕ ਸੂਰਮਾ ਲੈ ਕੇ ਗੋਪੀਆ ਲੜਨ ਨੂੰ ਜਾਵੇ। ਉਹ ਭੇਡਾਂ ਵਾਲੀ ਸੋਟੀ ਫੜ ਕੇ ਸਿਰ ਵੱਢਣ ਗਲੀ ਦਾ ਜਾਵੇ। ਉਹ ਨਿੱਕਾ ਜਿਹਾ ਇੱਕ ਸੂਰਮਾ, ਉਹ ਦਿਲ ਵਿੱਚ ਡਰ ਰੱਬ ਦਾ, ਮਨ ਵਿੱਚ ਆਤਮਾ ਦੀ ਭਰਪੂਰੀ। ਉਹ ਨੇਚਾ ਵਾਲੇ ਜਿੱਤ ਜਾਣਗੇ, ਓਟ ਤੱਕ ਲਈਆ ਹਵਾ ਵਾਲੀ ਪੂਰੀ। ਉਹ ਜਿੰਦ ਭਾਵੇਂ ਲੇਖੇ ਲੱਗ ਜਾਏ, ਉਹ ਜਿੰਦ ਭਾਵੇਂ ਲੇਖੇ ਲੱਗ ਜਾਏ, ਕੋਈ ਆਂਚ ਨਾ ਕੌਮ ਤੇ ਆਵੇ। ਉਹ ਨਿੱਕਾ ਜਿਹਾ ਇੱਕ ਸੂਰਮਾ, ਵਾਂਗ ਤੁਰਦਾ 5 ਪੱਥਰਾਂ ਨੂੰ ਚੁਣ ਕੇ ਉਠਾਵੇ। ਉਹ ਪਿੱਛੇ ਆਉਂਦੇ ਸਾਰੇ ਸੂਰਮੇ, ਮਨ ਸਾਰਿਆਂ ਦਾ ਡੋਲੇ ਘਬਰਾਵੇ। ਉਹ ਪਤਾ ਨਹੀਂ ਕਿ ਅੱਜ ਬਣਨੀ, ਉਹ ਪਤਾ ਨਹੀਂ ਕਿ ਅੱਜ ਬਣਨੀ, ਸਭ ਰਾਜ ਦੀ ਸਮਝ ਨਾ ਆਵੇ। ਉਹ ਨਿੱਕਾ ਜਿਹਾ ਇੱਕ ਸੂਰਮਾ, ਮੈਦਾਨੇ ਜੰਗ ਨੂੰ ਖੜਾ ਹੋ ਗਿਆ ਕੌਮ ਦਾ ਸੂਰਾ। ਉਹ ਦੇਸ਼ ਵਾਲੀ ਆਣ ਬਾਣ ਦਾ ਜਿੰਮਾ ਚੁੱਕ ਕੇ ਖੜੋਤਾ ਪੂਰਾ। ਉਹ ਅੱਜ ਹੈ ਚੁਕਾਉਣਾ ਨਿਉਂਦਰਾ, ਉਹ ਅੱਜ ਹੈ ਚੁਕਾਉਣਾ ਨਿਉਂਦਰਾ, ਇਤਿਹਾਸ ਗਵਾਹ ਬਣ ਜਾਵੇ। ਉਹ ਨਿੱਕਾ ਜਿਹਾ ਇੱਕ ਸੂਰਮਾ ਲੈ ਕੇ ਗੋਪੀਆ ਲੜਨ ਨੂੰ ਜਾਵੇ। ਉਹ ਭੇਡਾਂ ਵਾਲੀ ਸੋਟੀ ਫੜ ਕੇ ਸਿਰ ਵੱਢਣ ਗਲੀ ਦਾ ਜਾਵੇ। ਉਹ ਨਿੱਕਾ ਜਿਹਾ ਇੱਕ ਸੂਰਮਾ, ਉਹ ਗੋਲੀ ਅੱਗੋਂ ਆਉਂਦਾ ਤੁਰਿਆ, ਸੀਨਾ ਤਾਣਿਆ ਆਉਣੇ ਅਕੜਾਈ। ਉਹਨੇ ਜਾ ਉਹਨੇ ਆਪ ਚੁੱਕਿਆ, ਵੱਡੀ ਢਾਲ ਸੀ ਕਿਸੇ ਨੂੰ ਫੜਾਈ। ਉਹ ਲੋਹੇ ਨਾਲ ਸਾਰਾ ਕੱਜਿਆ, ਉਹ ਲੋਹੇ ਨਾਲ ਸਾਰਾ ਕੱਜਿਆ, ਇੱਕੋ ਮੱਥਾ ਹੀ ਨਜ਼ਰ ਪਿਆ ਆਵੇ। ਉਹ ਨਿੱਕਾ ਜਿਹਾ ਇੱਕ ਸੂਰਮਾ,
ਜਾਵਣ ਆਇਆ ਓ ਆਜਾ ਤੇਰੇ ਕਰਾਂ ਡਕਰੇ ਓ ਆਜਾ ਤੇਰੇ ਕਰਾਂ ਡਕਰੇ ਤੇਰੇ ਰੱਬ ਨੂੰ ਸਮਝ ਆ ਜਾਵੇ ਓ ਨਿੱਕਾ ਜਿਹਾ ਇੱਕ ਸੂਰਮਾ ਹੁਣ ਕਾਨੂੰ ਦੇਰ ਕਰਦਾ ਆਜਾ ਗੋਲੀਆਂ ਮੈਂ ਸਭ ਕੁਝ ਸਿਖਾਵਾਂ ਹੈ ਤੈਨੂੰ ਮਾਣ ਤਲਵਾਰ ਦਾ ਆਜਾ ਤਾਕਤ ਯਹੋਵਾ ਦੀ ਵਿਖਾਵਾਂ ਇਹ ਯੁੱਧ ਸਾਡੇ ਸੱਚੇ ਰੱਬ ਦਾ ਇਹ ਯੁੱਧ ਸਾਡੇ ਸੱਚੇ ਰੱਬ ਦਾ ਜਿਹੜਾ ਦਲਾਂ ਦਾ ਯਹੋਵਾ ਸਦਵਾਵੇ ਹੋ ਨਿੱਕਾ ਜਿਹਾ ਇੱਕ ਸੂਰਮਾ ਅੱਜ ਤੇਰਾ ਸਿਰ ਵੱਢਣਾ ਕੌਮ ਆਪਣੀ ਨੂੰ ਚੈਨ ਦਿਵਾਉਣਾ ਓਏ ਖਾ ਜਾਣਾ ਕਾਂ ਕੁੱਤਿਆਂ ਤੇਰੀ ਸੈਨਾ ਦਾ ਖੁਰਾ ਨਾ ਥੋਣਾ ਉਹ ਨਾ ਕਦੀ ਬਚ ਸਕਦਾ ਉਹ ਨਾ ਕਦੀ ਬਚ ਸਕਦਾ ਸੱਚੇ ਰੱਬ ਨੂੰ ਜੋ ਕ੍ਰੋਧ ਦਿਵਾਵੇ ਉਹ ਨਿੱਕਾ ਜਿਹਾ ਇੱਕ ਸੂਰਮਾ ਲੈ ਕੇ ਗੋਪੀਆਂ ਲੜਨ ਨੂੰ ਜਾਵੇ ਉਹ ਭੇਡਾਂ ਵਾਲੀ ਸੋਟੀ ਫੜ ਕੇ ਸਿਰ ਵੱਢਣੇ ਗੋਲੀ ਦਾ ਜਾਵੇ ਉਹ ਨਿੱਕਾ ਜਿਹਾ ਇੱਕ ਸੂਰਮਾ ਹੱਥ ਪਾਇਆ ਗੋਪੀਏ ਨੂੰ ਪਾ ਕੇ ਪੱਥਰ ਸੇ ਰੱਬ ਨੂੰ ਦਿਹਾਇਆ ਉਹ ਮੱਥੇ ਵਿੱਚ ਖਾ ਮਾਰਿਆ ਹੱਡੀ ਭੰਨ ਕੇ ਮਗਜ ਨੂੰ ਤਾਇਆ ਉਹ ਡਿੱਗ ਪਿਆ ਮੂੰਹ ਮੁੱਦੜੇ ਉਹ ਡਿੱਗ ਪਿਆ ਮੂੰਹ ਮੁੱਦੜੇ ਨੇਰ ਛਾ ਗਿਆ ਜਾਨ ਕੁਰਲਾਵੇ ਉਹ ਨਿੱਕਾ ਜਿਹਾ ਇੱਕ ਸੂਰਮਾ ਗੋਲੀ ਉੱਤੇ ਜਾ ਚੜਿਆ ਹੱਥ ਉਹਦੀ ਤਲਵਾਰ ਨੂੰ ਪਾਇਆ ਹੋ ਤੂੰ ਕੇ ਮਿਆਨ ਅੰਦਰੋਂ ਸਿਰ ਵੱਢ ਕੇ ਸੀ ਮਾਰ ਮੁਕਾਇਆ ਹੋ ਧਨ ਹੈ ਯਹੋਵਾ ਸੈਨਾ ਦਾ ਹੋ ਧਨ ਹੈ ਯਹੋਵਾ ਸੈਨਾ ਦਾ ਗੱਜ ਗੱਜ ਕੇ ਜਕਾਰੇ ਲਾਵੇ ਹੋ ਨਿੱਕਾ ਜਿਹਾ ਇੱਕ ਸੂਰਮਾ ਜੋਸ਼ ਵਿੱਚ ਆ ਗਏ ਸੂਰਮੇ ਜਦੋਂ ਵੇਖਿਆ ਫਤਿਹ ਹੈ ਹੋਈ ਫਲਸਤੀਆਂ ਨੂੰ ਪੈ ਗਏ ਟੁੱਟ ਕੇ ਉੱਥੇ ਸਿਰਾਂ ਦੀ ਕਟਾਈ ਹੋਈ ਉਹ ਫਿਰ ਸਾਰੇ ਡੇਰੇ ਲੁੱਟ ਕੇ ਉਹ ਫਿਰ ਸਾਰੇ ਡੇਰੇ ਲੁੱਟ ਕੇ ਝੰਡੇ ਥੱਲੇ ਅਬਨੇਰ ਬੁਲਾਵੇ ਉਹ ਨਿੱਕਾ ਜਿਹਾ ਇੱਕ ਸੂਰਮਾ ਰੱਬ ਦੀਆਂ ਰੱਬ ਜਾਣਦਾ ਕਿਸੇ ਭੇਦ ਨਾ ਡਾਡੇ ਦਾ ਪਾਇਆ ਕੱਲ ਸੀ ਜੋ ਭੇਡਾਂ ਚਾਰਦਾ ਅੱਜ ਸ਼ੌਹਰਤਾਂ ਦਾ ਤਾਜ ਪਹਿਨਾਇਆ ਹੋ ਜਿਸ ਉੱਤੇ ਕਰੇ ਕਿਰਪਾ ਹੋ ਜਿਸ ਉੱਤੇ ਕਰੇ ਕਿਰਪਾ ਜਗ ਵਿੱਚ ਉਹਦੀ ਇੱਜ਼ਤ ਵਧਾਵੇ ਹੋ ਨਿੱਕਾ ਜਿਹਾ ਇੱਕ ਸੂਰਮਾ ਲੈ ਕੇ ਗੋਪੀਆਂ ਲੜਨ ਨੂੰ ਜਾਵੇ ਹੋ ਭੇਡਾਂ ਵਾਲੀ ਸੋਟੀ ਫੜ ਕੇ ਸਿਰ ਵੱਢਣੇ ਗੋਲੀ ਦਾ ਜਾਵੇ ਹੋ ਨਿੱਕਾ ਜਿਹਾ ਇੱਕ ਸੂਰਮਾ ਕੌਮ ਵਿੱਚ ਲਹਿਰ ਜਾਗ ਪਈ
ਜਦੋਂ ਜਿੱਤ ਕੇ ਸੂਰਮਾ ਆਇਆ ਹੋ ਮਾਰੇ ਸੀ ਹਜ਼ਾਰਾਂ ਸ਼ਾਉਲ ਨੇ ਦਾਊਦ ਪਹਿਲੇ ਦਿਨ ਲੱਖਾਂ ਨੂੰ ਮੁਕਾਇਆ ਬਈ ਨਾਰੀ ਨਾਰੀ ਪਾਉਣ ਭੰਗੜੇ ਓ ਨਾਰੀ ਨਾਰੀ ਪਾਉਣ ਭੰਗੜੇ ਛੇਣੇ ਡੱਫਲੀ ਤੇ ਵੰਜਲੀ ਵਜਾਵੇ ਓ ਨਿੱਕਾ ਜਿਹਾ ਇੱਕ ਸੂਰਮਾ ਸਿਰਹਦ ਵਾਣੇ ਵਰਗਾ ਜੁੰਡੇ ਫੜ ਕੇ ਸੀ ਦਾਊਦ ਲੈ ਆਇਆ ਹੋ ਅੱਗੇ ਰਾਜੇ ਸ਼ਾਉਲ ਦੇ ਆਕੇ ਝੁਕ ਕੇ ਸਲਾਮ ਬੁਲਾਇਆ ਜੀ ਹੋਰ ਕੋਈ ਹੁਕਮ ਕਰੋ ਜੀ ਹੋਰ ਕੋਈ ਹੁਕਮ ਕਰੋ ਤੁਹਾਡਾ ਦਾਸ ਤੁਹਾਡਾ ਹੁਕਮ ਬਜਾਵੇ ਹੋ ਨਿੱਕਾ ਜਿਹਾ ਇੱਕ ਸੂਰਮਾ ਮਹਾਰਾਜਾ ਸ਼ਾਉਲ ਉੱਠ ਕੇ ਰਾਜ ਗੱਦੀ ਤੋਂ ਸੀ ਸ਼ਗਨ ਮਨਾਇਆ ਹੋ ਸੀਨੇ ਨਾਲ ਲਾਇਆ ਦਾਊਦ ਨੂੰ ਮੱਥਾ ਚੁੰਮਿਆ ਤੇ ਗਦ ਗਦ ਹੋਇਆ ਬਈ ਸਾਦਾ ਵਾਲੇ ਧੂਮ ਮਚ ਗਈ ਹੋ ਸਾਦਾ ਵਾਲੇ ਧੂਮ ਮਚ ਗਈ ਕਿੱਸਾ ਦਾਊਦ ਦਾ ਪੰਜਾਬ ਸਾਰਾ ਗਾਵੇ ਹੋ ਨਿੱਕਾ ਜਿਹਾ ਇੱਕ ਸੂਰਮਾ ਅੱਜ ਵੀ ਸ਼ੈਤਾਨ ਫਿਰਦਾ ਗੋਲੀ ਵਾਂਗ ਲੋਕਾਂ ਨੂੰ ਡਰਾਉਂਦਾ ਹੋ ਰੱਬ ਦਿਆਂ ਬੰਦਿਆਂ ਨੂੰ ਹੱਥ ਕੰਡਿਆਂ ਦੇ ਨਾਲ ਪਰਮਾਉਂਦਾ ਬਈ ਜਿਹੜਾ ਉਹਦਾ ਸਿਰ ਵੱਢਦਾ ਹੋ ਜਿਹੜਾ ਉਹਦਾ ਸਿਰ ਵੱਢਦਾ ਸ਼ੇਰ ਬੱਬਰ ਯਹੂਦਾ ਦਾ ਕਹਿਲਾਵੇ ਹੋ ਨਿੱਕਾ ਜਿਹਾ ਇੱਕ ਸੂਰਮਾ ਲੈ ਕੇ ਗੋਪੀਆਂ ਲੜਨ ਨੂੰ ਜਾਵੇ ਹੋ ਭੇਡਾਂ ਵਾਲੀ ਸੋਟੀ ਫੜ ਕੇ ਸਿਰ ਵੱਢਣ ਗੋਲੀ ਦਾ ਜਾਵੇ ਹੋ ਨਿੱਕਾ ਜਿਹਾ ਇੱਕ ਸੂਰਮਾ ਵਰਤਮਾਨ ਸਮਾਂ ਮਾਫੀ ਦਾ ਸਮਾਂ ਹੈ, ਆਤਮਾ ਦਾ ਯੁੱਗ ਹੈ ਅਤੇ ਸਾਡੀ ਲੜਾਈ ਵੀ ਸਰੀਰਕ ਨਹੀਂ ਪਰ ਆਤਮਿਕ ਹੈ। ਆਤਮਿਕ ਲੋਕਾਂ ਦਾ ਯੁੱਧ ਮਨੁੱਖਾਂ ਨਾਲ ਨਹੀਂ ਪਰ ਸ਼ੈਤਾਨ ਅਤੇ ਉਸ ਦੀਆਂ ਫੌਜਾਂ ਨਾਲ ਹੈ। ਸ਼ੈਤਾਨ ਦੀਆਂ ਇਹ ਫੌਜਾਂ ਧਰਤੀ ਅਤੇ ਆਕਾਸ਼ ਵਿੱਚ ਫੈਲੀਆਂ ਹੋਈਆਂ ਹਨ। ਪਰਮੇਸ਼ਰ ਦੀ ਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਹੈ ਕਿ ਸਾਡੇ ਹਥਿਆਰ ਸਰੀਰਕ ਨਹੀਂ ਪਰੰਤੂ ਸ਼ੈਤਾਨ ਦੇ ਕਿਲਿਆਂ ਨੂੰ ਢਾਉਣ ਵਾਲੇ ਸਾਮਰਥੀ ਹਨ। ਆਓ ਦਾਊਦ ਵਾਂਗ ਸ਼ੈਤਾਨ ਦੇ ਮਨਸੂਬਿਆਂ ਨੂੰ ਨਾਸ਼ ਕਰੀਏ ਅਤੇ ਧਰਤੀ ਉੱਤੇ ਪ੍ਰਭੂ ਵਿੱਚ ਆਨੰਦ ਮਨਾਈਏ।